ਸਾਰਿਆਂ ਨੂੰ ਮੇਰੇ ਵੱਲੋਂ ਅਸਲਾਮ ਅਲੈਕੁਮ। ਜ਼ਿੰਦਗੀ ਖੁਸ਼ਗਵਾਰ ਉਦੋਂ ਹੁੰਦੀ ਏ ਜਦੋਂ ਔਰਤ ਸਿਰਫ ਬੋਲਣ ਵਾਲੀ ਨਾ ਹੋ ਤੇ ਮਰਦ ਸਿਰਫ ਸੁਣਨ ਵਾਲਾ ਨਾ ਹੋ, ਬਲਕਿ ਦੋਨੋਂ ਇੱਕ ਦੂਜੇ ਨੂੰ ਸਮਝਣ ਵਾਲੇ ਹੋਣ। ਔਰਤ ਜੇ ਚਾਹੇ ਤਾਂ ਉਹ ਆਪਣੀ ਨਰਮੀ ਨਾਲ ਘਰ ਨੂੰ ਜੰਨਤ ਬਣਾ ਸਕਦੀ ਏ। ਉਹਦੀ ਖਾਮੋਸ਼ੀ ਕਈ ਵਾਰ ਸ਼ੋਹਰ ਦੇ ਗੁੱਸੇ ਨੂੰ ਠੰਡਾ ਕਰ ਦਿੰਦੀ ਏ। ਉਹਦੀ ਇੱਜ਼ਤ ਮਰਦ ਨੂੰ ਉਹ ਬਣਾ ਦਿੰਦੀ ਏ ਜੋ ਉਹ ਬਾਹਰ ਵੀ ਬਣਨਾ ਚਾਹੁੰਦਾ ਹੈ। ਅਤੇ ਮਰਦ ਜੇ ਚਾਹੇ ਤਾਂ ਉਹ ਆਪਣੇ ਰਵੱਈਏ ਨਾਲ ਔਰਤ ਨੂੰ ਮਹਿਸੂਸ ਕਰਾ ਸਕਦਾ ਹੈ। ਉਹਦੇ ਦੋ ਬੋਲ ਉਹਦੀ ਜ਼ਿੰਦਗੀ ਸੰਵਾਰ ਸਕਦੇ ਨੇ। ਉਹਦੀ ਤਵੱਜੋ ਉਹਦੇ ਦਿਲ ਦੇ ਸਾਰੇ ਜ਼ਖਮ ਭਰ ਸਕਦੇ ਹੈ। ਔਰਤ ਨੂੰ ਚਾਹੀਦਾ ਹੈ ਕਿ ਉਹ ਜ਼ਿੱਦ ਨਹੀਂ, ਹਿਕਮਤ ਅਪਣਾਏ। ਹਰ ਗੱਲ ਜਿੱਤਣ ਦੀ ਨਹੀਂ ਹੁੰਦੀ, ਕੁਝ ਗੱਲਾਂ ਨਿਭਾਉਣ ਦੀਆਂ ਹੁੰਦੀਆਂ ਨੇ। ਅਤੇ ਮਰਦ ਨੂੰ ਵੀ ਚਾਹੀਦਾ ਹੈ ਕਿ ਉਹ ਖਾਮੋਸ਼ੀ ਨੂੰ ਨਜ਼ਰਅੰਦਾਜ਼ ਨਾ ਕਰੇ। ਔਰਤ ਦੇ ਜਜ਼ਬਾਤ ਕਮਜ਼ੋਰੀ ਨਾ ਸਮਝੇ, ਕਿਉਂਕਿ ਉਹਦੇ ਆਂਸੂ ਉਹਦੀ ਮੁਹੱਬਤ ਦਾ ਸਬੂਤ ਹੁੰਦੇ ਨੇ। ਖੁਸ਼ਗਵਾਰ ਜ਼ਿੰਦਗੀ ਵਿੱਚ ਨਾ ਹਮੇਸ਼ਾ ਔਰਤ ਸਹੀ ਹੁੰਦੀ ਹੈ, ਨਾ ਹਮੇਸ਼ਾ ਮਰਦ। ਪਰ ਇਹ ਗੱਲ ਜੇ ਦੋਨੋਂ ਮੰਨ ਲੈਣ ਤਾਂ ਰਿਸ਼ਤਾ ਬਚ ਜਾਂਦਾ ਹੈ। ਰਿਸ਼ਤਾ ਉਦੋਂ ਟੁੱਟਦਾ ਹੈ ਜਦੋਂ ਅਨਾ ਜੀਤ ਜਾਂਦੀ ਹੈ ਅਤੇ ਮੁਹੱਬਤ ਹਾਰ ਜਾਂਦੀ ਹੈ। ਅਤੇ ਰਿਸ਼ਤਾ ਉਦੋਂ ਬਚਦਾ ਹੈ ਜਦੋਂ ਔਰਤ ਨਰਮੀ ਨਾ ਛੱਡੇ ਅਤੇ ਮਰਦ ਅਹਿਸਾਸ ਨਾ ਛੱਡੇ, ਕਿਉਂਕਿ ਖੁਸ਼ੀ ਕੁਰਬਾਨੀ ਮੰਗਦੀ ਹੈ ਪਰ ਕਦੀ ਜੰਗ ਨਹੀਂ। ਖੁਸ਼ੀ ਕੋਈ ਇੱਕ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਰਿਸ਼ਤਾ ਸਿਰਫ ਮਰਦ ਜਾਂ ਔਰਤ ਨਾਲ ਨਹੀਂ ਚੱਲਦਾ। ਰਿਸ਼ਤਾ ਦੋ ਦਿਲਾਂ ਦੀ ਸਮਝ ਨਾਲ ਜ਼ਿੰਦਾ ਰਹਿੰਦਾ ਹੈ। ਪਰ ਇਹ ਸਮਝਣ ਦੀ ਗੱਲ ਹੈ। ਜਦੋਂ ਘਰ 'ਚ ਅਸੀਂ ਲੜਾਈਆਂ ਦੇਖਦੇ ਹਾਂ ਅਤੇ ਸਮਝ ਨਹੀਂ ਆਉਂਦੀ, ਕਿਤੇ ਔਰਤ ਦੀ ਜ਼ੁਬਾਨ ਰੁਕਣ ਦਾ ਨਾਂ ਨਹੀਂ ਲੈਂਦੀ। ਮਰਦ ਦੇ ਸਾਹਮਣੇ ਅਗਰ ਔਰਤ ਦੀ ਜ਼ੁਬਾਨ ਚੱਲਦੀ ਹੋਵੇ ਅਤੇ ਉਹ ਦੁਨੀਆ 'ਚ ਵੀ ਕੀ ਕਹਿੰਦੇ ਹੈਗੇ ਉਹਨੂੰ, ਕੰਮ ਉਹਦਾ ਨਹੀਂ ਬਣਦਾ ਅਤੇ ਆਖਰਤ 'ਚ ਵੀ ਨਹੀਂ ਬਣਦਾ। ਕਿਉਂਕਿ ਸਾਡੇ ਅੱਲਾਹ ਤਾਲਾ ਨੇ ਵੀ ਕੁਰਾਨ ਪਾਕ 'ਚ ਫਰਮਾਇਆ ਹੈਗਾ ਕਿ ਔਰਤ ਨੂੰ ਮਰਦ ਦੇ ਸਾਹਮਣੇ ਆਪਣੀ ਆਵਾਜ਼ ਨੀਚੀ ਰੱਖਣੀ ਚਾਹੀਦੀ ਹੈਗੀ। ਮਜਾਜ਼ੀ ਖੁਦਾ ਬਣਾਇਆ ਅੱਲਾ ਨੇ ਸਾਡੇ ਮਰਦ ਨੂੰ, ਲੇਕਿਨ ਇਹ ਮਰਦ ਦੀ ਵੀ ਜ਼ਿੰਮੇਵਾਰੀ ਹੈਗੀ ਕਿ ਉਹ ਔਰਤ ਨੂੰ ਪੈਰ ਦੀ ਜੁੱਤੀ ਨਾ ਸਮਝੇ। ਅਕਸਰ ਜਗ੍ਹਾ 'ਤੇ ਦੇਖਿਆ ਜਾਂਦਾ ਹੈਗਾ ਕਿ ਔਰਤਾਂ ਨੂੰ ਪੈਰਾਂ ਦੀ ਜੁੱਤੀ ਦੇ ਬਰਾਬਰ ਵੀ ਜਗ੍ਹਾ ਨਹੀਂ ਦੇਈ ਜਾਂਦੀ। ਲੇਕਿਨ ਇਹ ਕੋਈ ਚੰਗੀ ਗੱਲ ਨਹੀਂ। ਜੋ ਅੱਛੇ ਖਾਨਦਾਨ ਦੇ ਲੋਕ ਹੁੰਦੇ ਨੇ ਉਹ ਬੇਟੀਆਂ ਨੂੰ, ਬੀਵੀਆਂ ਨੂੰ ਉਸ ਤਰ੍ਹਾਂ ਹੀ ਇੱਜ਼ਤ ਦਿੰਦੇ ਨੇ ਜਿਸ ਤਰ੍ਹਾਂ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਬੇਟੀਆਂ ਦੀ ਕਦਰ ਹੋਵੇ, ਇੱਜ਼ਤ ਹੋਵੇ। ਅਤੇ ਯਾਦ ਰੱਖੋ, ਜੋ ਅੱਜ ਤੁਸੀਂ ਕਿਸੇ ਦੀ ਬੇਟੀ ਨਾਲ ਕਰ ਰਹੇ ਹੋ ਉਹ ਪਲਟ ਕੇ ਤੁਹਾਡੇ ਕੋਲ ਲਾਜ਼ਮੀ ਆਉਂਦਾ ਹੈ। ਅਗਰ ਤੁਸੀਂ ਅੱਛਾ ਕਰੋਗੇ ਤਾਂ ਜ਼ਰੂਰ ਅੱਛਾ ਆਵੇਗਾ। ਲੇਕਿਨ ਜੋ ਔਰਤਾਂ ਇਹ ਸਮਝਦੀਆਂ ਨਹੀਂ ਕਿ ਅਸੀਂ ਵੀ ਮਰਦ ਦੇ ਬਰਾਬਰ ਹਾਂ, ਅਸੀਂ ਵੀ ਮਰਦ ਨੂੰ ਟੱਕਰ ਦੇ ਸਕਦੇ ਹਾਂ। ਅਗਰ ਮਰਦ ਇੱਕ ਥੱਪੜ ਮਾਰੇਗਾ ਤਾਂ ਅਸੀਂ ਵੀ ਦੋ ਮਾਰ ਸਕਦੇ ਹਾਂ। ਅਤੇ ਉਹ ਮੇਰੀ ਭੈਣਾਂ ਠੀਕ ਨਹੀਂ, ਕਿਉਂਕਿ ਮਰਦ ਨੂੰ ਬਰਤਰੀ ਅੱਲਾ ਨੇ ਦਿੱਤੀ ਹੈ। ਹਾਂ, ਇਹ ਉਹਦਾ ਕੰਮ ਹੈ ਕਿ ਉਹ ਇਹਦਾ ਇਸਤੇਮਾਲ ਠੀਕ ਕਰਦਾ ਹੈ ਜਾਂ ਗਲਤ ਕਰਦਾ ਹੈ। ਉਹਦੀ ਪਕੜ ਅੱਲਾ ਵੱਲੋਂ ਖੁਦ ਹੀ ਹੋ ਜਾਵੇਗੀ। ਲੇਕਿਨ ਔਰਤ ਅਗਰ ਨਰਮੀ ਨਾ ਛੱਡੇ ਅਤੇ ਪਿਆਰ ਨਾਲ ਗੱਲ ਕਰੇ ਅਤੇ ਮੇਰਾ ਖਿਆਲ ਹੈ ਮਰਦ ਦਾ ਗੁੱਸਾ ਪਿਆਰ ਵੇਖ ਕੇ ਤੁਸੀਂ ਉਹਦਾ ਖਿਆਲ ਰੱਖ ਕੇ ਵੀ ਉਸ ਗੁੱਸੇ ਨੂੰ ਖ਼ਤਮ ਕਰ ਸਕਦੇ ਹੋ। ਗੁੱਸਾ ਥੋੜ੍ਹੀ ਦੇਰ ਦਾ ਹੁੰਦਾ ਹੈ, ਲੇਕਿਨ ਅਗਰ ਉਸ ਵੇਲੇ ਸਮਝਦਾਰੀ ਨਾ ਕੀਤੀ ਜਾਵੇ ਤਾਂ ਫਿਰ ਇਹ ਕਈ ਬੜੇ ਮਸਾਇਲ ਵੀ ਜਨਮ ਲੈ ਲੈਂਦੇ ਨੇ। ਇਸ ਵਜ੍ਹਾ ਤੋਂ ਲੋਕ ਕਹਿੰਦੇ ਨੇ ਕਿ ਜਿਸ ਵੀ ਮੀਆਂ ਬੀਵੀ ਦੀ ਬਣੀ ਹੋਈ ਹੋਵੇ ਅਤੇ ਕੋਈ ਜਾਦੂ ਹੈਗਾ। ਉਹ ਮੇਰੀ ਭੈਣੋ ਅਤੇ ਭਰਾਵੋ ਇਹ ਗੱਲ ਸਮਝ ਲਵੋ, ਜਿਸ ਰਿਸ਼ਤੇ 'ਚ ਲਚਕ ਹੋਵੇਗੀ, ਜਿਹੜਾ ਰਿਸ਼ਤਾ ਝੁਕਣਾ ਜਾਣਦਾ ਹੋਵੇਗਾ ਉਹ ਬਚ ਜਾਏਗਾ। ਉਹ ਭਾਵੇਂ ਔਰਤ ਦਾ ਹੋਵੇ ਜਾਂ ਮਰਦ ਦਾ ਹੋਵੇ। ਲੇਕਿਨ ਜੋ ਜ਼ਿੱਦ 'ਤੇ ਆ ਜਾਏ, ਭਾਵੇਂ ਉਹ ਔਰਤ ਹੋਵੇ ਭਾਵੇਂ ਉਹ ਮਰਦ ਹੋਵੇ, ਅਤੇ ਰਿਸ਼ਤਾ ਟੁੱਟ ਹੀ ਜਾਂਦਾ ਹੈ। ਉਹ ਬਚਣਾ ਮੁਸ਼ਕਿਲ ਹੀ ਹੁੰਦਾ ਹੈ, ਕਿਉਂਕਿ ਅੱਲਾਹ ਤਾਲਾ ਨੂੰ ਵੀ ਪਸੰਦ ਹੈ ਕਿ ਮੀਆਂ ਬੀਵੀ ਆਪਸ 'ਚ ਪਿਆਰ ਨਾਲ ਗੱਲ ਕਰਨ, ਪਿਆਰ ਨਾਲ ਰਮਨ। ਇੱਕ ਜਗ੍ਹਾ 'ਤੇ ਰਹਿੰਦੇ ਹੋਏ ਜ਼ਰੂਰ ਕਿਸੇ ਨਾ ਕਿਸੇ ਗੱਲ 'ਤੇ ਇਖਤਲਾਫ ਹੋ ਜਾਂਦਾ ਹੈ, ਪਰ ਉਸ ਇਖਤਲਾਫ ਨੂੰ ਅੱਛੇ ਤਰੀਕੇ ਨਾਲ ਵੀ ਡੀਲ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ ਕਿ ਤੁਸੀਂ ਜ਼ੁਬਾਨ ਦਾ ਇਸਤੇਮਾਲ ਕਰਦੇ ਹੋਏ ਉਹਨੂੰ ਠੀਕ ਕਰ ਸਕੋ।
ਤੇ ਇਹ ਵੀ ਜ਼ਰੂਰੀ ਨਹੀਂ ਕਿ ਮਰਦ ਜਿਹੜਾ ਹੈ ਉਹ ਔਰਤ ਨੂੰ ਇੰਨਾ ਤੁੰਨ ਕੇ ਰੱਖੇ ਕਿ ਉਹ ਮਜਬੂਰ ਹੋ ਜਾਵੇ ਜ਼ੁਬਾਨ ਚਲਾਉਣ ਤੇ ਰਿਸ਼ਤਾ ਜਿਹੜਾ ਹੈ ਦੋਨਾਂ ਨਾਲ ਮੁਹੱਬਤ ਤੇ ਸਮਝਦਾਰੀ ਨਾਲ ਚੱਲਦਾ ਹੈ। ਤੇ ਮੇਰੀ ਤਾਂ ਬਹੁਤ ਛੋਟੀ ਜਿਹੀ ਤਜਰਬਾ ਤੇ ਮੁਸ਼ਾਹਿਦਾ ਹੈਗਾ, ਤੇ ਉਹਦੇ 'ਚ ਮੈਂ ਤਾਂ ਇਹੀ ਸਿੱਖਿਆ ਹੈਗਾ ਕਿ ਜੋ ਔਰਤ ਆਪਣੀ ਜ਼ੁਬਾਨ 'ਤੇ ਕਾਬੂ ਰੱਖਦੀ ਹੈ, ਨਰਮੀ ਦਾ ਹੱਥ ਨਹੀਂ ਛੱਡਦੀ, ਉਹ ਕਦੀ ਫੇਲ ਨਹੀਂ ਹੁੰਦੀ ਤੇ ਉਹ ਮਰਦ ਵੀ ਕਦੀ ਫੇਲ ਨਹੀਂ ਹੁੰਦਾ। ਅਗਰ ਤੁਸੀਂ ਵੀ ਮੇਰੀ ਗੱਲ ਤੋਂ ਇਤਫਾਕ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੇ।